परमिंदर सिंह तेजा ते अज गल होवेगी 2022 के सियासी मैदान की। चोण बिगल वध चुका है, विधान सभा चोणां दा ऐलान हो चुका है ते नाल ही कई तरह दीयां पाबंदियां दे विचों भी गुजरना पवेगा वख-वख सियासी पार्टियां नूं। इसे ते आधारित है साडी खास पेशकश चोण बिगल। सो पंजाब विधान सभा चोणां नूं लैके चोण बिगल वध चुका है। 14 फरवरी नूं पंजाब दे विच वोटां पैणगीआं ते 10 मार्च नूं नतीजे ऐलाने जाणगे। उत्थे गल चोण रैलियां दी कीती जावे तां इस नूं लैके भी चोण कमिशन दे वल्लों सख्त हदायतां जारी कीतीआं गईआं ने। बाई दी सियासी बाजी दे लई चोण कमिशन दे वल्लों बिगल वजाउण दे नाल ही पंजाब समेत 4 होर सूबिਆਂ चोण ਜ਼ਾਬਤਾ ਲੱਗ ਗਿਆ। कमिशन दे वल्लों 5 सूबिਆਂ ਦੇ ਵਿੱਚ 7 ਗੇੜਾਂ 'ਚ ਚੋਣਾਂ ਕਰਵਾਈਆਂ ਜਾਣਗੀਆਂ। 10 ਫਰਵਰੀ ਨੂੰ यूपी ਚੋਣਾਂ ਦੇ ਨਾਲ ਪਹਿਲੇ ਗੇੜ ਦੀ ਸ਼ੁਰੂਆਤ ਹੋਵੇਗੀ। ਪੰਜਾਬ ਵਿੱਚ ਦੂਜੇ ਗੇੜ ਵਿੱਚ 14 ਫਰਵਰੀ ਨੂੰ ਸਾਰੀਆਂ 117 ਵਿਧਾਨ ਸਭਾ ਸੀਟਾਂ ਤੇ VOTING ਹੋਵੇਗੀ, ਜਦਕਿ 10 ਮਾਰਚ ਨੂੰ ਪੰਜਾਬ ਸਮੇਤ 4 ਹੋਰ ਸੂਬਿਆਂ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ 21 ਤੋਂ 28 ਜਨਵਰੀ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ। 29 ਜਨਵਰੀ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ। 31 ਜਨਵਰੀ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। Punjab in one phase, and here the issue of notification will be 21st January. Last date of nominations 28th January. Scrutiny of nominations 29th January, and last date of withdrawal of candidature 31st January, and date of poll 14th February, that is Monday. ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਚੋਣ ਕਮਿਸ਼ਨ ਨੇ ਸਖਤ ਗਾਈਡਲਾਈਨਸ ਜਾਰੀ ਕੀਤੀਆਂ ਨੇ। ਰਾਤ 8 ਵਜੇ ਤੋਂ ਸਵੇਰੇ 8 ਵਜੇ ਤੱਕ ਪੰਜੋ ਸੂਬਿਆਂ ਦੇ ਵਿੱਚ ਕੈਂਪੇਨ ਕਰਫਿਊ ਲੱਗੇਗਾ। ਇਸ ਤੋਂ ਇਲਾਵਾ 15 ਜਨਵਰੀ ਤੱਕ ਰੋਡ ਸ਼ੋਅ ਰੈਲੀਆਂ ਪੂਰੀ ਤਰ੍ਹਾਂ ਨਾਲ ਬੰਦ ਕਰਨ ਦਾ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਵਰਚੁਅਲ ਰੈਲੀਆਂ ਜ਼ਰੀਏ ਚੋਣ ਪ੍ਰਚਾਰ ਦੀ ਇਜਾਜ਼ਤ ਹੈ, ਜਿਸ ਦੇ ਬਾਅਦ ਰੋਡ ਸ਼ੋਅ ਜਾਂ ਫਿਰ ਜਲੂਸ ਕੱਢਣ ਤੇ ਪਾਬੰਦੀ ਲਾਈ ਗਈ ਹੈ। Between 8 p.m. and 8 a.m. no rallies and public meetings. No nukkad sabhas will be allowed. No victory procession after the counting shall be allowed, and not more than 2 persons shall be allowed to accompany the winning candidate or his or authorized representative to receive the certificate of election from returning officers. ਪੰਜਾਬ, ਗੋਆ ਤੇ ਉੱਤਰਾਖੰਡ ਵਿੱਚ ਇੱਕ ਹੀ ਗੇੜ ਦੇ ਵਿੱਚ 14 ਫਰਵਰੀ ਨੂੰ ਚੋਣਾਂ ਹੋਣਗੀਆਂ, ਜਦਕਿ ਮਣੀਪੁਰ ਦੇ ਵਿੱਚ 2 ਗੇੜ 27 ਫਰਵਰੀ ਅਤੇ 3 ਮਾਰਚ ਨੂੰ VOTING ਹੋਵੇਗੀ। यूपी ਵੱਡਾ ਸੂਬਾ ਹੋਣ ਦੀ ਵਜ੍ਹਾ ਦੇ ਨਾਲ ਇੱਥੇ 7 ਗੇੜਾਂ 'ਚ ਚੋਣ ਮੁਕੰਮਲ ਹੋਏਗੀ। ਇਸ ਤੋਂ ਇਲਾਵਾ ਚੋਣ ਕਮਿਸ਼ਨ ਦੇ ਨਿਰਦੇਸ਼ ਦਿੱਤੇ ਨੇ ਸਾਰੇ ਸਿਆਸੀ ਪ੍ਰੋਗਰਾਮਾਂ ਦੀ ਵੀਡੀਓਗ੍ਰਾਫੀ ਹੋਵੇਗੀ। ਪਾਰਟੀਆਂ ਨੂੰ ਆਪਣੇ ਉਮੀਦਵਾਰਾਂ ਦਾ ਅਪਰਾਧਿਕ ਰਿਕਾਰਡ ਐਲਾਨ ਕਰਨਾ ਹੋਵੇਗਾ। ਪੰਜਾਬ ਅਤੇ ਉੱਤਰਾਖੰਡ ਵਿੱਚ ਚੋਣ ਪ੍ਰਚਾਰ ਦੇ ਲਈ ਉਮੀਦਵਾਰ 40 ਲੱਖ ਤੱਕ ਖਰਚ ਕਰ ਸਕਦੇ ਨੇ, ਜਦਕਿ ਮਣੀਪੁਰ ਅਤੇ ਗੋਆ ਦੇ ਵਿੱਚ ਉਮੀਦਵਾਰਾਂ ਦੇ ਖਰਚ ਦੀ ਹੱਦ 28 ਲੱਖ ਤੈਅ ਕੀਤੀ ਗਈ ਹੈ। ਬਿਊਰੋ ਰਿਪੋਰਟ ਨਿਊਜ਼ 18 ਪੰਜਾਬ। ਸੋ ਚੋਣਾਂ ਦੇ ਐਲਾਨ ਦੇ ਨਾਲ ਹੀ ਦਾਅਵੇਦਾਰੀਆਂ ਵੀ ਸ਼ੁਰੂ ਹੋ ਗਈਆਂ ਨੇ। ਜਿੱਥੇ ਕਿ ਸੱਤਾ ਧਿਰ ਕਾਂਗਰਸ ਦੇ ਵੱਲੋਂ ਵੱਡੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ, ਉੱਥੇ ਅਕਾਲੀ ਦਲ ਨੇ ਕਾਂਗਰਸ ਦੇ 5 ਸਾਲਾਂ ਦੇ ਕਾਰਜਕਾਲ ਤੇ ਤੰਜ ਕੱਸਿਆ ਤੇ ਭਗਵੰਤ ਮਾਨ ਕਹਿ ਰਹੇ ਨੇ ਕਿ ਜਨਤਾ 14 ਫਰਵਰੀ ਨੂੰ ਤਿਆਰ ਰਵੇ। ਤੇ ਗੱਲ ਬੀਜੇਪੀ ਦੀ ਕੀਤੀ ਜਾਵੇ ਤਾਂ ਬੀਜੇਪੀ ਵੀ 2022 ਦੇ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ। ਚੋਣ ਨਗਾੜਾ ਵੱਜ ਚੁੱਕਿਆ ਹੈ। ਸਾਰੀਆਂ ਪਾਰਟੀਆਂ ਪੂਰੀ ਤਿਆਰੀ ਦੇ ਨਾਲ ਚੋਣ ਮੈਦਾਨ ਦੇ ਵਿੱਚ ਉਤਰੀਆਂ ਹੋਈਆਂ ਨੇ। ਹਰ ਪਾਰਟੀ ਆਪਣੀ ਜਿੱਤ ਦਾ ਦਾਅਵਾ ਕਰ ਰਹੀ ਹੈ। ਚੋਣਾਂ ਦੇ ਲਈ ਚੋਣ ਕਮਿਸ਼ਨ ਦੇ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। 14 ਫਰਵਰੀ ਦਾ ਉਹ ਦਿਨ ਜਿਸ ਦਿਨ 117 ਸੀਟਾਂ ਤੇ ਸਿਆਸੀ ਧਿਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। 5 ਸਾਲ ਤੱਕ ਪੰਜਾਬ ਦੀ ਸੱਤਾ ਤੇ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਮੁੜ ਤੋਂ ਸਰਕਾਰ ਬਣਾਉਣ ਦਾ ਦਾਅਵਾ ਠੋਕ ਰਹੀ ਹੈ। ਸੀਐਮ ਚੰਨੀ ਨੇ ਕਿਹਾ ਕਿ ਲੋਕ ਸਰਕਾਰ ਦੇ ਕੰਮਾਂ ਤੋਂ ਖੁਸ਼ ਨੇ, ਜਦਕਿ ਸੀਐਮ ਚਿਹਰੇ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਲੋਕਾਂ ਤੋਂ ਲਈ ਫੀਡਬੈਕ ਦੇ ਹਿਸਾਬ ਦੇ ਨਾਲ ਪਾਰਟੀ ਸੀਐਮ ਦਾ ਐਲਾਨ ਕਰੇਗੀ। तो 11 दिन तो तुसी मुख्यमंत्री रहे, अगले 5 साल ਲਈ ਤਿਆਰ ਹੋ ਕਿ ਇੱਕ ਵਾਰ ਫਿਰ ਪੰਜਾਬ ਦੇ ਲੋਕ ਜਿਹੜਾ ਤੁਹਾਨੂੰ ਮੁੱਖ ਮੰਤਰੀ ਬਣਾਉਣ? ਇਹ ਪੰਜਾਬ ਦੇ ਲੋਕਾਂ ਤੇ ਡਿਪੈਂਡ ਕਰਦਾ, ਮੇਰੇ ਤੇ ਨਹੀਂ। ਇਹ ਪਾਰਟੀ ਤੇ ਡਿਪੈਂਡ ਕਰਦਾ, ਮੇਰੇ ਤੇ ਨਹੀਂ। ਜਿਵੇਂ ਪੰਜਾਬ ਦੇ ਲੋਕ ਦੇ ਵਿੱਚ ਚਰਚਾ ਹੋਏਗੀ, ਉਸ ਨੂੰ ਦੇਖ ਕੇ ਪਾਰਟੀ ਅੱਗੇ ਡਿਸੀਜਨ ਲਏਗੀ। ਉਧਰ ਵਿਰੋਧੀ ਪਾਰਟੀਆਂ ਨੇ ਸਰਕਾਰ ਦੇ ਕੰਮਾਂ ਤੇ ਸਵਾਲ ਚੁੱਕਦਿਆਂ ਆਪਣੀ ਦਾਅਵੇਦਾਰੀ ਠੋਕੀ ਹੈ। ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੇ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੈ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਵੱਡੀ ਬਹੁਮਤ ਦੇ ਨਾਲ ਆਪ ਦੀ ਸਰਕਾਰ ਬਣੇਗੀ, ਤਾਂ ਅਕਾਲੀ ਦਲ ਨੇ ਵੀ 2022 ਦਾ ਤਾਜ ਆਪਣੇ ਸਿਰ ਤੇ ਸਜਾਉਣ ਦਾ ਦਾਅਵਾ ਕੀਤਾ ਹੈ।
आम आदमी पार्टी का एक एक कार्यकर्ता पूरी तरीके से तैयार है, रेडी है आने वाले इलेक्शंस के लिए। आम आदमी पार्टी चुनाव की इन डेट्स का स्वागत करती है और पूरी तरीके से मजबूती के साथ आने वाले समय में इन इलेक्शंस को लड़ेगी। और मुझे पूरा विश्वास है कि 14 फरवरी को होने वाला चुनाव पंजाब में, उत्तराखंड में, गोवा में आम आदमी पार्टी के लिए बहुत सफल रहेगा। ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਗੱਠਜੋੜ ਹਮੇਸ਼ਾ ਹੀ ਪੰਜਾਬ ਦੀ ਜਨਤਾ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਔਰ ਜਨਤਾ ਦੇ ਸਹਿਯੋਗ ਦੇ ਨਾਲ ਇੱਕ ਸਟੇਬਲ ਤੇ ਲੋਕਾਂ ਦੀ ਸਰਕਾਰ ਬਣਾ ਕੇ ਫਿਰ ਪੰਜਾਬ ਦੇ ਵਿੱਚ ਜੋ ਅਮਨ ਸ਼ਾਂਤੀ ਸੀ, ਜੋ ਵਿਕਾਸ ਸੀ, ਜੋ ਸਦਭਾਵਨਾ ਸੀ, ਜੋ ਸਾਂਝੀਵਾਲਤਾ ਦਾ ਮਾਹੌਲ ਸੀ, ਉਹਨੂੰ ਫਿਰ ਸਥਾਪਿਤ ਕਰੇ। ਕੇਂਦਰ ਵਿੱਚ ਕਾਬਜ ਭਾਰਤੀ ਜਨਤਾ ਪਾਰਟੀ ਵੀ ਆਪਣਾ ਦਾਅਵਾ ਠੋਕ ਰਹੀ ਹੈ। ਅਕਾਲੀ ਦਲ ਦੇ ਨਾਲੋਂ ਗੱਠਜੋੜ ਤੋੜ ਕੇ ਬੀਜੇਪੀ ਪੰਜਾਬ ਦੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਤੇ ਢੀਂਡਸਾ ਗਰੁੱਪ ਦੇ ਨਾਲ ਮਿਲ ਕੇ ਚੋਣਾਂ ਲੜਨ ਜਾ ਰਹੀ ਹੈ। ਦਾਅਵਾ ਇਹੀ ਹੈ ਕਿ ਬਾਕੀ ਸੂਬਿਆਂ ਦੇ ਵਾਂਗ ਪੰਜਾਬ ਦੇ ਵਿੱਚ ਵੀ ਇਹ ਨਵਾਂ ਗੱਠਜੋੜ ਬਹੁਮਤ ਦੀ ਸਰਕਾਰ ਬਣਾਵੇਗਾ। ये संगठन की ताकत और निरंतर सक्रियता के आधार पर जो तारीखें इलेक्शन कमीशन ने अभी जाहिर की हैं, हम चुनाव के लिए पूरी तरह से तैयार हैं और भारतीय जनता पार्टी का कमल खिलाने के लिए पूरे दमखम से चुनाव लड़ने में। भारतीय जनता पार्टी चुनाव के लिए तैयार है और असी पूरे जित के लिए लड़ांगे और पंजाब के अंदर सरकार बनाने के लिए चुनाव पार्टी लड़न जा रही है। लेकिन चुनाव आयोग दे पंजाब की सुरक्षा नूं लैके पंजाब के अंदर अमन नाल, शांति नाल स्वतंत्र चुनाव होए, इहदे ते मैनूं लगदा चुनाव आयोग जरूर विचार। चुनावी शंखनाद बज चुके हैं, पार्टियां आमो सामने ने। सरकार किस दी आवेगी, किस दे हक विच पंजाबी फतवा देणगे, इस दा पता 10 मार्च नूं लगेगा। ब्यूरो रिपोर्ट, न्यूज़ 18। ਹੁਣ ਗੱਲ ਕਰਾਂਗੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ। 2017 ਦੇ ਵਿੱਚ ਸੂਬੇ ਦੀ ਜਨਤਾ ਨੇ ਕਾਂਗਰਸ ਨੂੰ ਵੱਡਾ ਫਤਵਾ ਦਿੱਤਾ। 77 ਸੀਟਾਂ ਹਾਸਲ ਕਰਕੇ ਕਾਂਗਰਸ ਦੇ ਵੱਲੋਂ ਸਰਕਾਰ ਬਣਾਈ ਗਈ। ਕੈਪਟਨ ਅਮਰਿੰਦਰ ਮੁੱਖ ਮੰਤਰੀ ਬਣੇ ਤੇ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਬੈਠੀ, ਜਦਕਿ ਅਕਾਲੀ ਦਲ ਨੂੰ ਤੀਜਾ ਨੰਬਰ ਹਾਸਲ ਹੋਇਆ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੂੰ ਵੱਡਾ ਫਤਵਾ ਮਿਲਿਆ ਤੇ ਸੱਤਾ ਤੇ ਕਾਬਜ਼ ਹੋਣ ਦੇ ਵਿੱਚ ਕਾਮਯਾਬ ਰਹੀ, ਜਦਕਿ ਆਮ ਆਦਮੀ ਪਾਰਟੀ ਨੂੰ ਵਿਰੋਧੀ ਧਿਰ ਦੇ ਵਿੱਚ ਬੈਠਣ ਦੀ ਜ਼ਿੰਮੇਵਾਰੀ ਮਿਲੀ। ਤੁਹਾਨੂੰ ਵਿਸਥਾਰ ਦੇ ਨਾਲ 2017 ਦੇ ਨਤੀਜਿਆਂ ਤੋਂ ਵਾਕਿਫ ਕਰਵਾਉਂਦੇ ਹਾਂ। ਸਾਲ 2017 ਦੇ ਚੋਣ ਨਤੀਜਿਆਂ ਦੇ ਵਿੱਚ ਕਾਂਗਰਸ ਨੂੰ 77 ਸੀਟਾਂ ਹਾਸਲ ਹੋਈਆਂ, ਆਮ ਆਦਮੀ ਪਾਰਟੀ ਨੂੰ 20, ਸ਼੍ਰੋਮਣੀ ਅਕਾਲੀ ਦਲ 15 ਤੇ ਬੀਜੇਪੀ ਨੂੰ 3 ਸੀਟਾਂ ਹਾਸਲ ਹੋਈਆਂ। ਇਸ ਤੋਂ ਇਲਾਵਾ ਲੋਕ ਇਨਸਾਫ ਪਾਰਟੀ 2 ਸੀਟਾਂ ਜਿੱਤਣ ਦੇ ਵਿੱਚ ਕਾਮਯਾਬ ਰਹੀ। ਹੁਣ ਤੁਹਾਨੂੰ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਹਿਸਾਬ ਦੇ ਨਾਲ ਨਤੀਜਿਆਂ ਤੋਂ ਜਾਣੂ ਕਰਵਾਉਂਦੇ ਹਾਂ। ਮਾਝਾ ਦੇ ਵਿੱਚ ਕੁੱਲ 25 ਸੀਟਾਂ ਨੇ, ਜਿਨ੍ਹਾਂ ਵਿੱਚੋਂ ਕਾਂਗਰਸ ਨੂੰ 22 ਸੀਟਾਂ ਹਾਸਲ ਹੋਈਆਂ। ਅਕਾਲੀ ਦਲ 2 ਸੀਟਾਂ ਤੇ ਜੇਤੂ ਰਿਹਾ, ਪਰ ਆਮ ਆਦਮੀ ਪਾਰਟੀ ਮਾਝਾ ਖੇਤਰ ਦੇ ਵਿੱਚ ਖਾਤਾ ਤੱਕ ਵੀ ਨਹੀਂ ਖੋਲ ਸਕੀ, ਜਦਕਿ ਬੀਜੇਪੀ ਨੂੰ 1 ਸੀਟ ਹਾਸਲ ਹੋਈ। ਉੱਥੇ ਗੱਲ ਮਾਲਵਾ ਖੇਤਰ ਦੀ ਕੀਤੀ ਜਾਵੇ ਤਾਂ ਮਾਲਵਾ ਦੇ ਵਿੱਚ ਕੁੱਲ 69 ਸੀਟਾਂ ਨੇ, ਜਿਨ੍ਹਾਂ ਚੋਂ ਕਾਂਗਰਸ 40, ਅਕਾਲੀ ਦਲ 8 ਤੇ ਆਮ ਆਦਮੀ ਪਾਰਟੀ ਨੂੰ 18 ਸੀਟਾਂ ਹਾਸਲ ਹੋਈਆਂ, ਜਦਕਿ ਬੀਜੇਪੀ 1 ਤੇ ਲੋਕ ਇਨਸਾਫ ਪਾਰਟੀ 2 ਸੀਟਾਂ ਜਿੱਤਣ ਦੇ ਵਿੱਚ ਕਾਮਯਾਬ ਰਹੀ। ਇਸੇ ਤਰ੍ਹਾਂ ਦੁਆਬਾ ਦੇ ਵਿੱਚ ਕੁੱਲ 23 ਵਿਧਾਨ ਸਭਾ ਹਲਕੇ ਨੇ, ਜਿਨ੍ਹਾਂ ਚੋਂ ਕਾਂਗਰਸ ਦੇ ਖਾਤੇ ਦੇ ਵਿੱਚ 15, ਅਕਾਲੀ ਦਲ 5, ਆਮ ਆਦਮੀ ਪਾਰਟੀ 2 ਤੇ ਬੀਜੇਪੀ ਨੂੰ 1 ਸੀਟ ਹਾਸਲ ਹੋਈ। ਸਾਲ 2017 ਦੇ ਵਿੱਚ ਕਿਹੜੀ ਪਾਰਟੀ ਨੂੰ ਕਿੰਨੀਆਂ ਵੋਟਾਂ ਹਾਸਲ ਹੋਈਆਂ, ਤੁਹਾਨੂੰ ਇਸ ਤੋਂ ਵੀ ਵਾਕਿਫ ਕਰਵਾ ਦਿੰਦੇ ਹਾਂ। ਕਾਂਗਰਸ ਨੂੰ ਸਭ ਤੋਂ ਵੱਧ 38.5% ਵੋਟਾਂ ਹਾਸਲ ਹੋਈਆਂ, ਜਦਕਿ ਅਕਾਲੀ ਦਲ ਨੂੰ 25.2%, ਆਪ ਨੂੰ 23.7% ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਬੀਜੇਪੀ ਨੂੰ 5.4% ਤੇ ਹੋਰਾਂ ਨੂੰ 7.2% ਵੋਟਾਂ ਹਾਸਲ ਹੋਈਆਂ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। दो 2022 ਦੀ ਤਸਵੀਰ 2017 ਦੇ ਨਾਲੋਂ ਬਿਲਕੁਲ ਵੱਖਰੀ ਨਜ਼ਰ ਆ ਰਹੀ ਹੈ। ਪੁਰਾਣੇ ਗੱਠਜੋੜ ਟੁੱਟ ਚੁੱਕੇ ਨੇ ਤੇ ਕਈ ਨਵੇਂ ਗੱਠਜੋੜ ਹੋਂਦ ਦੇ ਵਿੱਚ ਆਏ ਨੇ, ਪਰ ਹੁਣ ਫੈਸਲਾ ਕਰਨਾ ਹੈ ਸੂਬੇ ਦੀ ਜਨਤਾ ਨੇ, ਸੂਬੇ ਦੇ ਵੋਟਰਾਂ ਨੇ ਕਿ ਆਖਿਰਕਾਰ ਕਿਸ ਦੇ ਹੱਕ ਦੇ ਵਿੱਚ ਸੂਬੇ ਦੀ ਜਨਤਾ ਫਤਵਾ ਦਿੰਦੀ ਹੈ।
2022 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਪੰਜਾਬ ਵਿੱਚ ਨਵੇਂ ਚੋਣ ਗੱਠਜੋੜ ਤਿਆਰ ਹੋ ਰਹੇ ਨੇ। 2017 ਦੀਆਂ ਚੋਣਾਂ ਤੋਂ ਬਿਲਕੁਲ ਉਲਟ ਅਤੇ ਤੀਜੇ ਗੱਠਜੋੜ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਨੇ। ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਅਕਾਲੀ ਦਲ ਨੇ ਪਿਛਲੇ ਸਾਲ ਹੀ ਬੀਜੇਪੀ ਦੇ ਨਾਲੋਂ ਗੱਠਜੋੜ ਤੋੜ ਦਿੱਤਾ ਸੀ, ਪਰ 2022 ਦੀਆਂ ਚੋਣਾਂ ਵਿੱਚ ਜਾਣ ਤੋਂ ਪਹਿਲਾਂ ਪਾਰਟੀ ਨੇ ਦਲਿਤ ਫੈਕਟਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬਸਪਾ ਦੇ ਨਾਲ ਹੱਥ ਮਿਲਾ ਲਿਆ ਹੈ ਅਤੇ 97-20 ਦਾ ਸਿਆਸੀ ਸਮਝੌਤਾ ਕਰ ਲਿਆ ਹੈ। 97 ਅਕਾਲੀ ਦਲ ਅਤੇ 20 ਸੀਟਾਂ ਤੇ ਬੀਐਸਪੀ ਚੋਣ ਲੜ ਰਹੀ ਹੈ, ਪਰ ਵੱਡਾ ਸਵਾਲ ਇਹੀ ਹੈ ਕਿ ਗੱਠਜੋੜ 22 ਦੇ ਲਈ ਕਿੰਨਾ ਫਿੱਟ ਹੈ। ਕਿ ਸਿੱਖ ਤੇ ਦਲਿਤ ਦਾ ਗੱਠਜੋੜ ਪਾਰਟੀ ਨੂੰ ਜਿੱਤ ਦਿਵਾ ਸਕਦਾ ਹੈ? ਕਿ ਬੀਜੇਪੀ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਹਿੰਦੂ ਵੋਟਰ ਬੀਜੇਪੀ ਦਾ ਸਾਥ ਦੇਵੇਗਾ? ਪਾਰਟੀ ਲਈ ਹਿੰਦੂ ਸਿੱਖ ਦਾ ਕੰਬੀਨੇਸ਼ਨ ਜ਼ਿਆਦਾ ਫਾਇਦੇਮੰਦ ਸੀ ਜਾਂ ਫਿਰ ਸਿੱਖ ਤੇ ਦਲਿਤ ਵੋਟ ਬੈਂਕ ਦਾ ਗੱਠਜੋੜ ਫਾਇਦੇਮੰਦ ਹੈ? ਇਹ ਉਹ ਸਵਾਲ ਨੇ ਜਿਸ ਦੇ ਜਵਾਬ ਨਤੀਜੇ ਤੈਅ ਕਰਨਗੇ। ਪਰ ਇੱਕ ਗੱਲ ਸਾਫ਼ ਹੈ ਕਿ 2.5 ਦਹਾਕੇ ਤੋਂ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਮਿਲ ਕੇ ਚੋਣਾਂ ਲੜ ਰਿਹਾ ਸੀ। ਇਸ ਨਾਲ ਦੋਵੇਂ ਪਾਰਟੀਆਂ ਨੂੰ ਫਾਇਦਾ ਹੁੰਦਾ ਸੀ। ਅਕਾਲੀ ਦਲ ਨੂੰ ਸ਼ਹਿਰੀ ਸੀਟ ਉੱਤੇ ਬੀਜੇਪੀ ਦੀ ਵੋਟ ਮਦਦ ਕਰਦੀ ਸੀ, ਜਦਕਿ ਪਿੰਡੂ ਸ਼ਹਿਰੀ ਮਿਕਸ ਸੀਟਾਂ ਤੇ ਦੋਵਾਂ ਦੇ ਉਮੀਦਵਾਰਾਂ ਨੂੰ ਫਾਇਦਾ ਹੁੰਦਾ ਸੀ। ਵੱਡੀ ਗੱਲ ਇਹ ਸੀ ਕਿ ਇਸ ਗੱਠਜੋੜ ਨੇ 3 ਵਾਰ ਸਰਕਾਰ ਬਣਾਈ ਅਤੇ ਇਸ ਵਾਰ ਦੋਵਾਂ ਦਾ ਵੱਖ-ਵੱਖ ਹੋਣਾ ਪੰਜਾਬ ਦੀ ਸਿਆਸਤ ਦੇ ਲਈ ਨਵਾਂ ਤਜਰਬਾ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਦੂਜਾ ਗੱਠਜੋੜ ਬੀਜੇਪੀ ਕੈਪਟਨ ਤੇ ਸੁਖਦੇਵ ਸਿੰਘ ਢੀਂਡਸਾ ਦਾ ਹੈ। 2017 ਦੇ ਵਿੱਚ ਕੈਪਟਨ ਕਾਂਗਰਸ ਦੇ ਸੀਐਮ ਚਿਹਰਾ ਸਨ। ਬੀਜੇਪੀ ਦੇ ਵਿਰੋਧ ਵਿੱਚ ਚੋਣ ਜਿੱਤੀ। ਢੀਂਡਸਾ ਅਕਾਲੀ ਦਲ ਦੇ ਨਾਲ ਸਨ, ਬੀਜੇਪੀ ਨਾਲ ਮਿਲ ਕੇ ਚੋਣਾਂ ਲੜੀਆਂ। ਹੁਣ ਇਸ ਵਾਰ ਬੀਜੇਪੀ ਕੈਪਟਨ ਤੇ ਢੀਂਡਸਾ ਦੀ ਤਿਕੜੀ ਬਣ ਚੁੱਕੀ ਹੈ। ਗੱਠਜੋੜ ਦੇ ਤੌਰ ਤੇ ਉਹ 2022 ਦੇ ਵਿੱਚ ਦਾਅਵੇਦਾਰੀ ਪੇਸ਼ ਕਰ ਰਹੇ ਨੇ। ਬੀਜੇਪੀ ਇਸ ਗੱਠਜੋੜ ਦੇ ਜ਼ਰੀਏ ਸ਼ਹਿਰਾਂ ਦੇ ਨਾਲ-ਨਾਲ ਪਿੰਡੂ ਖੇਤਰਾਂ ਵਿੱਚ ਆਪਣੇ ਸਿਆਸੀ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਵਿੱਚ ਕੈਪਟਨ ਉਹਨਾਂ ਦੀ ਮਦਦ ਕਰ ਸਕਦੇ ਨੇ, ਪਰ ਬੀਜੇਪੀ ਦਾ ਇਹ ਗੱਠਜੋੜ ਅਕਾਲੀ ਦਲ ਦੇ ਗੱਠਜੋੜ ਵਾਂਗ ਮਜ਼ਬੂਤ ਹੋਵੇਗਾ? ਬੀਜੇਪੀ ਲਈ ਇਹ ਇੱਕ ਵੱਡਾ ਸਵਾਲ ਹੈ, ਕਿਉਂਕਿ ਅਕਾਲੀ ਦਲ ਦਾ ਪਾਰਟੀ ਦੇ ਤੌਰ ਤੇ ਵੱਡਾ ਵੋਟ ਬੈਂਕ ਹੈ, ਜਦਕਿ ਕੈਪਟਨ ਤੇ ਢੀਂਡਸਾ ਸਿਰਫ ਚਿਹਰੇ ਨੇ, ਜਦਕਿ ਨਵੀਂ ਪਾਰਟੀ ਹੋਣ ਦੇ ਨਾਤੇ ਜਥੇਬੰਦਕ ਤੌਰ ਤੇ ਤਾਕਤਵਰ ਨਹੀਂ ਨੇ। ਕਾਂਗਰਸ 2017 ਵਾਂਗ ਇਸ ਵਾਰ ਬਿਨਾਂ ਗੱਠਜੋੜ ਤੋਂ ਮੈਦਾਨ ਦੇ ਵਿੱਚ ਉਤਰ ਸਕਦੀ ਹੈ, ਜਦਕਿ ਆਮ ਆਦਮੀ ਪਾਰਟੀ ਕਾਂਗਰਸ ਦੀ ਤਰਜ਼ ਉੱਤੇ ਫਿਲਹਾਲ 117 ਸੀਟਾਂ ਤੇ ਚੋਣ ਲੜਨ ਜਾ ਰਹੀ ਹੈ। ਬਿਊਰੋ ਰਿਪੋਰਟ, ਨਿਊਜ਼ 18। ਪੰਜਾਬ ਵਿੱਚ ਇਸ ਵਾਰ ਜਾਤੀਗਤ ਤੇ ਧਾਰਮਿਕ ਸਮੀਕਰਨ ਵੋਟਿੰਗ ਪੈਟਰਨ ਤੇ ਵੱਡਾ ਅਸਰ ਪਾਉਣਗੇ, ਜਿਸ ਦੇ ਸੰਕੇਤ ਲਗਾਤਾਰ ਬਦਲ ਰਹੇ ਸਮੀਕਰਨਾਂ ਤੋਂ ਮਿਲ ਰਹੇ ਨੇ। ਪੰਜਾਬ ਦੀ ਸਿਆਸੀ ਹਵਾ ਇਸ ਵਾਰ ਜਾਤੀਗਤ ਤੇ ਧਾਰਮਿਕ ਸਮੀਕਰਨ ਦੇ ਵਿੱਚ ਪੂਰੀ ਤਰ੍ਹਾਂ ਉਲਝੀ ਹੋਈ ਨਜ਼ਰ ਆਉਂਦੀ ਹੈ। ਇਹ ਸ਼ਾਇਦ ਪਹਿਲੀ ਵਾਰ ਹੋਵੇਗਾ ਕਿ ਜਾਤੀਗਤ ਤੇ ਧਾਰਮਿਕ ਸਮੀਕਰਨ ਨੂੰ ਲੈ ਕੇ ਪਾਰਟੀਆਂ ਆਪਣੀ ਰਣਨੀਤੀ ਬਣਾ ਰਹੀਆਂ ਨੇ। ਇਸ ਦੇ ਲਈ 2021 ਦੇ ਵਿੱਚ 2 ਵੱਡੀਆਂ ਸਿਆਸੀ ਉਥਲ-ਪੁਥਲ ਹੋਈਆਂ ਨੇ, ਜਿਨ੍ਹਾਂ ਨੇ ਅਹਿਮ ਰੋਲ ਅਦਾ ਕੀਤਾ ਹੈ, ਜਿਸ ਦਾ ਅਸਰ 2022 ਦੀਆਂ ਚੋਣਾਂ ਦੇ ਵਿੱਚ ਨਜ਼ਰ ਆਉਣਾ ਤੈਅ ਮੰਨਿਆ ਜਾ ਰਿਹਾ ਹੈ। ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਜਾਤੀਗਤ ਸਮੀਕਰਨ ਇੱਕਦਮ ਚੋਣਾਂ ਤੇ ਹਾਵੀ ਹੋ ਗਏ ਨੇ, ਤਾਂ ਬੀਜੇਪੀ ਤੇ ਅਕਾਲੀ ਦਲ ਦੇ ਗੱਠਜੋੜ ਟੁੱਟਣ ਤੋਂ ਬਾਅਦ ਹਿੰਦੂ ਤੇ ਸਿੱਖ ਵੋਟ ਦੇ ਵਿੱਚ ਸਿਆਸਤ ਵੰਡੀ ਹੋਈ ਨਜ਼ਰ ਆ ਰਹੀ ਹੈ। ਪੰਜਾਬ ਦੇ ਸਿਆਸੀ ਸਮੀਕਰਨ ਨੂੰ ਸਮਝਣ ਦੇ ਲਈ ਜਾਤੀਗਤ ਤੇ ਧਾਰਮਿਕ ਸਮੀਕਰਨ ਨੂੰ ਸਮਝਣਾ ਬੇहद ਜ਼ਰੂਰੀ ਹੈ। ਪੰਜਾਬ ਦੇ ਵਿੱਚ ਜਾਤੀਗਤ ਸਮੀਕਰਨ ਦੇ ਮੁਤਾਬਕ ਸਭ ਤੋਂ ਵੱਧ 32% ਦਲਿਤ ਵੋਟ ਨੇ, ਜਦਕਿ OBC 31%, ਜੱਟ ਸਿੱਖ ਵੋਟ 19%, ਬ੍ਰਾਹਮਣ, ਰਾਜਪੂਤ, ਵੈਸ਼, ਖੱਤਰੀ, ਅਰੋੜਾ ਤੇ ਸੂਦ 14% ਨੇ। ਪੰਜਾਬ ਦੇ ਆਰਥਿਕ ਤੇ ਸਮਾਜਿਕ ਢਾਂਚੇ ਦੇ ਵਿੱਚ ਜੱਟ ਸਿੱਖਾਂ ਦਾ ਦਬਦਬਾ ਮੰਨਿਆ ਜਾਂਦਾ ਹੈ, ਜਦਕਿ ਧਾਰਮਿਕ ਪੱਖ ਤੋਂ 58% ਸਿੱਖ ਅਤੇ 38% ਹਿੰਦੂ ਨੇ, ਜਦਕਿ 4% ਘੱਟ ਗਿਣਤੀਆਂ ਨੇ, ਜਿਨ੍ਹਾਂ ਦੇ ਵਿੱਚ ਮੁਸਲਮਾਨ ਤੇ ਈਸਾਈ ਤੇ ਜੈਨੀ ਭਾਈਚਾਰਾ ਸ਼ਾਮਲ ਹੈ। ਵੈਸੇ ਤਾਂ ਹਰ ਵਾਰ ਵੋਟ ਬੈਂਕ ਸ਼ਿਫਟ ਹੁੰਦਾ ਰਿਹਾ ਹੈ, ਪਰ ਕੁਝ ਵੋਟ ਅਜੇ ਹੁੰਦੇ ਨੇ ਜੋ ਪਾਰਟੀਆਂ ਦਾ ਕੋਰ ਵੋਟ ਬੈਂਕ ਮੰਨੇ ਜਾਂਦੇ ਨੇ। ਜਿਵੇਂ 2017 ਦੇ ਵਿੱਚ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਦੇ ਤੌਰ ਤੇ ਵਿਧਾਨ ਸਭਾ ਚੋਣਾਂ ਲੜੀ ਸਨ, ਜਿਸ ਨਾਲ ਦੋਵੇਂ ਹੀ ਪਾਰਟੀਆਂ ਨੂੰ ਹਿੰਦੂ ਤੇ ਸਿੱਖ ਕੰਬੀਨੇਸ਼ਨ ਦਾ ਸਭ ਤੋਂ ਵੱਧ ਫਾਇਦਾ ਮਿਲਦਾ ਸੀ। ਇਸ ਤੋਂ ਇਲਾਵਾ ਦਲਿਤ ਵੋਟ ਬੈਂਕ ਦਾ ਇੱਕ ਹਿੱਸਾ ਅਕਾਲੀ ਦਲ ਤੇ ਬੀਜੇਪੀ ਦੇ ਨਾਲ ਜੁੜਿਆ ਸੀ, ਜਦਕਿ ਕਾਂਗਰਸ ਦਾ ਕੋਰ ਵੋਟ ਬੈਂਕ ਹਿੰਦੂ, ਜੱਟ ਸਿੱਖ ਤੇ ਦਲਿਤ ਹੁੰਦਾ ਸੀ। ਦਲਿਤ ਵੋਟ ਦਾ ਜ਼ਿਆਦਾ ਫਾਇਦਾ ਕਾਂਗਰਸ ਨੂੰ ਮਿਲਦਾ ਰਿਹਾ ਹੈ, ਜਦਕਿ ਸਿੱਖ ਵੋਟ ਬੈਂਕ ਵਿੱਚ ਜੱਟ ਸਿੱਖ ਕਾਂਗਰਸ ਦੇ ਨਾਲ ਆਉਂਦੇ ਰਹੇ ਨੇ। 2017 ਵਿੱਚ 30% ਜੱਟ ਵੋਟ ਬੈਂਕ ਕਾਂਗਰਸ ਤੋਂ ਵੱਖ ਹੋ ਕੇ ਆਪ ਦੇ ਵੱਲ ਸ਼ਿਫਟ ਹੋਇਆ ਸੀ। 2021 ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਸੀਐਮ ਬਣਨ ਤੋਂ ਬਾਅਦ ਕਾਂਗਰਸ ਦਾ ਦਲਿਤ ਵੋਟ ਬੈਂਕ ਮਜ਼ਬੂਤ ਹੋਇਆ ਹੈ। ਆਮ ਆਦਮੀ ਪਾਰਟੀ, ਅਕਾਲੀ ਦਲ ਤੇ ਬੀਜੇਪੀ ਇਸ ਨੂੰ ਤੋੜਨ ਦਾ ਹੱਲ ਲੱਭ ਰਹੇ ਨੇ। ਬਦਲੇ ਸਮੀਕਰਨ ਤੋਂ ਬਾਅਦ ਬੀਜੇਪੀ ਦੇ ਸਾਹਮਣੇ ਹਿੰਦੂ ਵੋਟਰਾਂ ਦੇ ਨਾਲ-ਨਾਲ ਕੈਪਟਨ ਅਮਰਿੰਦਰ ਸਿੰਘ ਦੇ ਜ਼ਰੀਏ ਜੱਟ ਸਿੱਖ ਵੋਟਰਾਂ ਤੇ ਵੀ ਨਜ਼ਰ ਹੈ। ਕੁੱਲ ਮਿਲਾ ਕੇ 2022 ਦੀ ਸਿਆਸੀ ਲੜਾਈ ਦੇ ਵਿੱਚ ਗੱਠਜੋੜ ਬਦਲਣ ਦੇ ਨਾਲ-ਨਾਲ
ਜਾਤੀਗਤ ਤੇ ਧਾਰਮਿਕ ਸਮੀਕਰਨ ਵੀ ਬਦਲੇ ਹੋਏ ਨਜ਼ਰ ਆ ਰਹੇ ਨੇ। ਇਸ ਲਈ ਜਿੱਤ ਹਾਰ ਦਾ ਫੈਸਲਾ ਵੀ ਦਿਲਚਸਪ ਹੋਣ ਵਾਲਾ ਹੈ। ਬਿਊਰੋ ਰਿਪੋਰਟ, ਨਿਊਜ਼ 18। ਸੋ ਪੰਜਾਬ ਦੇ ਵਿੱਚ ਚੋਣ ਬਿਗਲ ਵੱਜ ਚੁੱਕਾ ਹੈ, ਵੋਟਾਂ ਦਾ ਐਲਾਨ ਹੋ ਚੁੱਕਾ ਤੇ ਹੁਣ ਸੂਬੇ ਦੀ ਜਨਤਾ, ਸੂਬੇ ਦੇ ਵੋਟਰ ਤੈਅ ਕਰਨਗੇ ਕਿ ਆਖਰਕਾਰ 2022 ਦੇ ਵਿੱਚ ਮੁੱਖ ਮੰਤਰੀ ਦੇ ਸੱਤਾ ਦੇ ਸਿੰਘਾਸਣ ਤੇ ਕੌਣ ਬੈਠੇਗਾ। ਸੋ ਇਸ ਦੇ ਨਾਲ ਹੀ ਮੈਨੂੰ ਪਰਮਿੰਦਰ ਸਿੰਘ ਤੇਜਾ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।